ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਕਹਾਣੀ ਹੈ ਜੀ ਇੱਕ ਭੈਣ ਦੀ ਹੱਡਬੀਤੀ ਤੇ ਸੱਚੀ ਕਹਾਣੀ। ਮੇਰਾ ਨਾਮ ਗੁਰਜੀਤ ਕੌਰ ਹੈ। ਮੈਂ ਠੀਕ ਜਿਹੇ ਪਰਿਵਾਰ ਵਿੱਚ ਜੰਮੀ। ਅਸੀਂ 4 ਭੈਣਾਂ ਤੇ ਇੱਕ ਭਰਾ ਸੀ। ਮੈਂ ਸਭ ਤੋਂ ਛੋਟੀ ਤੇ ਆਪਣੇ ਪਿਓ ਦੀ ਲਾਡਲੀ ਧੀ ਸੀ। ਮੈਂ ਸਾਰੇ ਭੈਣ ਭਰਾਵਾਂ ਤੋਂ ਸੋਹਣੀ ਸੀ ਤੇ ਸਾਰੇ ਪਿਆਰ ਨਾਲ ਮੈਨੂੰ ਬਾਵਾ ਬਾਵਾ ਕਹਿੰਦੇ ਸੀ। ਮੈਂ 10 ਸਾਲ ਦੀ ਸੀ ਜਦੋਂ ਮੇਰੀ ਭੈਣ ਦਾ ਵਿਆਹ ਹੋ ਗਿਆ। ਜਿਹੜਾ ਮੇਰੀ ਭੈਣ ਦਾ ਸਹੁਰਾ ਸੀ ਉਹ ਬਹੁਤ ਸਮਝਦਾਰ ਇਨਸਾਨ ਤੇ ਆਪਣੇ ਏਰੀਏ ਵਿੱਚ ਉਹ ਕਹਿੰਦਾ ਕਹਾਉਂਦਾ ਬੰਦਾ ਸੀ। ਅਸੀਂ ਹਮੇਸ਼ਾ ਕਹਿਣਾ ਕਿ ਅਸੀਂ ਕੋਈ ਮੋਤੀ ਪੁੰਨ ਕੀਤੇ ਹੋਣੇ ਆ ਜੋ ਸਾਨੂੰ ਇੰਨਾ ਵਧੀਆ ਪਰਿਵਾਰ ਮਿਲ ਗਿਆ। ਜਿਹੜਾ ਮੇਰਾ ਜੀਜਾ ਸੀ ਉਹ ਵੀ ਬਹੁਤ ਵਧੀਆ ਤੇ ਬੜੇ ਹੀ ਚੰਗੇ ਸੁਭਾਅ ਦਾ ਮਾਲਕ ਸੀ। ਉਹ ਸਾਰੇ ਮੇਰੀ ਭੈਣ ਦੀ ਬਹੁਤ ਇੱਜ਼ਤ ਕਰਿਆ ਕਰਦੇ ਸੀ। ਵਿਆਹ ਤੋਂ ਸਾਲ ਬਾਅਦ ਮੇਰੀ ਭੈਣ ਦੇ ਘਰ ਕੁੜੀ ਹੋਈ। ਸਾਰਿਆਂ ਨੇ ਕੁੜੀ ਦਾ ਬਹੁਤ ਚਾਅ ਕੀਤਾ ਤੇ ਇੱਦਾਂ ਹੀ 2 ਸਾਲ ਬੀਤ ਗਏ। ਮੇਰੀ ਭੈਣ ਦੇ ਘਰ ਫਿਰ ਦੂਜੀ ਕੁੜੀ ਹੋ ਗਈ। ਉਸ ਨੂੰ ਉਸ ਪਰਮਾਤਮਾ ਦੀ ਦੇਣ ਸਮਝ ਕੇ ਉਹਨਾਂ ਨੇ ਖਿੜੇ ਮੱਥੇ ਕਬੂਲ ਕੀਤਾ ਤੇ ਦੂਜੀ ਕੁੜੀ ਨੂੰ ਦਾਦੇ ਨੇ ਲੈ ਲਿਆ। ਉਸਨੇ ਕਿਹਾ ਕਿ ਇਸ ਦਾ ਮੈਂ ਵਿਆਹ ਕਰਾਂਗਾ ਤੇ ਪੜ੍ਹਾਵਾਂ ਲਿਖਾਵਾਂਗਾ ਵੀ। ਫਿਰ ਕੁਝ ਟਾਈਮ ਪਿਆ। ਜਿਵੇਂ ਸਾਰਿਆਂ ਦੇ ਮਨ ਵਿੱਚ ਮੁੰਡੇ ਦੀ ਖਵਾਇਸ਼ ਹੁੰਦੀ ਆ, ਮੇਰੀ ਭੈਣ ਦੇ ਮਨ ਵਿੱਚ ਵੀ ਮੁੰਡੇ ਦੀ ਖਵਾਇਸ਼ ਸੀ। ਉਸਨੇ ਤੀਸਰਾ ਚਾਂਸ ਲਿਆ ਤੇ ਮੇਰੀ ਭੈਣ ਦੇ ਘਰ ਤੀਜਾ ਬੱਚਾ ਕੁੜੀ ਹੋਈ। ਤੇ ਜਦੋਂ ਮੇਰੀ ਭੈਣ ਨੂੰ ਕੁੜੀ ਦਾ ਪਤਾ ਲੱਗਾ ਤਾਂ ਮੇਰੀ ਭੈਣ ਨੇ ਹੌਕਾ ਲੈ ਲਿਆ। ਹੌਕਾ ਲੈਣ ਨਾਲ ਮੇਰੀ ਭੈਣ ਦੀ ਮੌਕੇ 'ਤੇ ਮੌਤ ਹੋ ਗਈ। ਤੇ ਮੇਰੀ ਭੈਣ ਦੀ ਮੌਤ ਤੋਂ ਬਾਅਦ ਮੇਰਾ ਜੀਜਾ ਬਹੁਤ ਟੈਨਸ਼ਨ ਵਿੱਚ ਰਹਿਣ ਲੱਗ ਗਿਆ ਤੇ ਹਮੇਸ਼ਾ ਰੋਂਦਾ ਰਹਿੰਦਾ ਸੀ। ਆਪਣੇ ਬੱਚਿਆਂ ਵੱਲ ਦੇਖ ਕੇ ਜ਼ਿਆਦਾ ਟੈਨਸ਼ਨ ਲੈਣ ਨਾਲ ਉਸ ਨੂੰ ਅਧਰੰਗ ਹੋ ਗਈ ਤੇ ਉਸ ਦਾ ਹੇਠਲਾ ਧੜ ਜਾਣੀ ਲੱਤਾਂ ਖੜ ਗਈਆਂ। ਉਹ ਆਪਣੀਆਂ ਕੁੜੀਆਂ ਵੱਲ ਦੇਖ ਕੇ ਬਹੁਤ ਰੋਇਆ ਕਰੇ ਤੇ ਟੈਨਸ਼ਨ ਲਿਆ ਕਰੇ। ਫਿਰ ਮੇਰੀ ਭੈਣ ਦੇ ਸਹੁਰੇ ਨੇ ਮੇਰੀ ਭੂਆ ਨੂੰ, ਜਿਸ ਨੇ ਮੇਰੀ ਭੈਣ ਦਾ ਰਿਸ਼ਤਾ ਕਰਵਾਇਆ ਸੀ, ਉਸ ਨੂੰ ਕਿਹਾ ਕਿ ਇਹਨਾਂ ਬੱਚਿਆਂ ਦਾ ਕੋਈ ਮਸਲਾ ਹੱਲ ਕਰੀਏ। ਤਾਂ ਸਾਰਿਆਂ ਨੇ ਸੋਚ ਕੇ ਮੇਰਾ ਰਿਸ਼ਤਾ ਮੇਰੇ ਜੀਜੇ ਨੂੰ ਕਰਨ ਲਈ ਕਿਹਾ। ਮੈਂ ਉਸ ਵਕਤ 17 ਸਾਲ ਦੀ ਸੀ। ਜਦੋਂ ਮੇਰੀ ਭੂਆ ਨੇ ਆ ਕੇ ਮੇਰੇ ਪਿਓ ਨੂੰ ਕਿਹਾ ਤਾਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਧੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਵਿੱਚ ਨਹੀਂ ਪਾਵਾਂਗਾ ਤੇ ਨਾ ਹੀ ਆਪਣੀ ਧੀ ਨੂੰ ਕਿਸੇ ਦਵਾਜੂ ਦੇ ਤੋਰਾਂਗਾ। ਉਹਨਾਂ ਨੇ ਕਿਹਾ ਕਿ ਇੰਨੀ ਸੋਹਣੀ ਤੇ ਸੁਨੱਖੀ ਮੇਰੀ ਧੀ ਮੈਂ ਇੰਨੇ ਲਾਡਾਂ ਤੇ ਚਾਵਾਂ ਨਾਲ ਪਾਲਿਆ, ਮੈਂ ਉਸ ਨੂੰ ਕੰਮ ਤੱਕ ਨਹੀਂ ਲਾਇਆ। ਮੈਂ ਇਹ ਸਭ ਕਿਵੇਂ ਕਰ ਸਕਦਾ? ਮੈਂ ਆਪਣੀ ਧੀ ਤੇ 3 ਧੀਆਂ ਦੇ ਪਿਓ ਨੂੰ ਨਹੀਂ ਤੋਰ ਸਕਦਾ ਤੇ ਨਾਲੇ ਮੁੰਡੇ ਦੀ ਉਮਰ ਵੀ ਮੇਰੀ ਧੀ ਤੋਂ ਕਿਤੇ ਜ਼ਿਆਦਾ। ਮੈਂ ਇੰਨਾ ਵੱਡਾ ਪਾਪ ਆਪਣੇ ਹੱਥੀਂ ਨਹੀਂ ਕਰ ਸਕਦਾ। ਜਦੋਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੀ ਭੂਆ ਤੇ ਫੁੱਫੜ ਨਾਰਾਜ਼ ਹੋ ਗਏ। ਫਿਰ ਭੂਆ ਨੇ ਮੇਰੀ ਮਾਂ 'ਤੇ ਪ੍ਰੈਸ਼ਰ ਪਾ ਕੇ ਮੇਰੀ ਮਾਂ ਨੂੰ ਮਨਾ ਲਿਆ ਤੇ ਮੇਰੇ ਪਿਓ ਤੋਂ ਜ਼ਬਰਦਸਤੀ ਮੇਰਾ ਰਿਸ਼ਤਾ ਮੇਰੇ ਜੀਜੇ ਨੂੰ ਕਰ ਦਿੱਤਾ। ਉਸ ਵਕਤ ਮੇਰੀ ਭੂਆ ਨੇ ਉਹਨਾਂ ਅੱਗੇ ਇਹ ਸ਼ਰਤ ਰੱਖੀ ਕਿ ਜੇ ਕੱਲ੍ਹ ਨੂੰ ਮੁੰਡੇ ਨੂੰ ਕੁਝ ਹੋ ਜਾਂਦਾ ਤਾਂ ਸਾਡੀ ਕੁੜੀ ਦੀ ਅਜੇ ਕੋਈ ਉਮਰ ਨਹੀਂ ਤੇ ਉਹ ਸਾਡੀ ਕੁੜੀ ਨੂੰ ਛੋਟੇ ਮੁੰਡੇ ਦੇ ਬਿਠਾ ਦੇਣਗੇ ਜਿਹੜਾ ਅਜੇ ਕੁਆਰਾ ਸੀ। ਕਿਉਂਕਿ ਮੇਰਾ ਜੀਜਾ ਉਸ ਵਕਤ ਬਹੁਤ ਬਿਮਾਰ ਰਹਿੰਦਾ ਸੀ ਤੇ ਕੁੜੀਆਂ ਦੇ ਵਿਆਹ ਸਾਂਝੇ ਘਰ ਵਿੱਚ ਕੀਤੇ ਜਾਣਗੇ ਅਤੇ ਉਹਨਾਂ ਸਾਰੀਆਂ ਸ਼ਰਤਾਂ ਮੰਨ ਲਈਆਂ। ਇਹ ਸਭ ਦੀ ਜ਼ਿੰਮੇਵਾਰੀ ਉਸ ਦੇ ਸਹੁਰੇ ਨੇ ਆਪ ਲੈ ਲਈ। ਫਿਰ ਮੇਰਾ ਗੁਰਦੁਆਰੇ ਵਿੱਚ ਜਾ ਕੇ ਚੁੰਨੀ ਚੜਾਵਾ ਕਰ ਦਿੱਤਾ। ਮੇਰਾ ਪਿਓ ਬਹੁਤ ਦੁਖੀ ਤੇ ਨਾਰਾਜ਼ ਸੀ। ਮੇਰਾ ਪਿਓ ਗੁਰਦੁਆਰੇ ਤਾਂ ਗਿਆ ਪਰ ਉਸਨੇ ਕੋਈ ਵੀ ਰਸਮ ਨਹੀਂ ਕੀਤੀ। ਉਸਨੇ ਆਪਣੇ ਹੱਥੀਂ ਕੋਈ ਵੀ ਰਸਮ ਨਹੀਂ ਕੀਤੀ ਤੇ ਗੁਰਦੁਆਰੇ ਦੇ ਇੱਕ ਕੋਨੇ ਵਿੱਚ ਬੈਠਾ ਰਿਹਾ। ਚਲੋ ਮੇਰਾ ਵਿਆਹ ਕਰ ਦਿੱਤਾ ਜਿਵੇਂ ਕੁੜੀਆਂ ਨੂੰ ਆਪਣੇ ਵਿਆਹ ਦਾ ਚਾਅ ਹੁੰਦਾ, ਪਰ ਮੈਨੂੰ ਕੋਈ ਵੀ ਚਾਅ ਨਹੀਂ ਸੀ ਕਿਉਂਕਿ ਅੱਜ ਤੋਂ 35 ਕੁ ਸਾਲ ਪਹਿਲਾਂ ਧੀਆਂ ਦੀ ਕੋਈ ਮਰਜ਼ੀ ਨਹੀਂ ਪੁੱਛਦਾ ਹੁੰਦਾ ਸੀ।
ਮੇਰੇ ਵਿਆਹ ਤੋਂ 1.5 ਸਾਲ ਬਾਅਦ ਮੇਰੇ ਸਹੁਰੇ ਦਾ ਐਕਸੀਡੈਂਟ ਹੋ ਗਿਆ। ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਅੱਗੋਂ ਓਵਰ ਸਪੀਡ ਗੱਡੀ ਆਉਣ ਕਰਕੇ ਮੋਟਰਸਾਈਕਲ ਵਿੱਚ ਜਾ ਵੱਜੀ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਸ ਦੀ ਮੌਤ ਨੇ ਮੇਰੀ ਜ਼ਿੰਦਗੀ ਦੇ ਜਿਵੇਂ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਹੋਣ। ਫਿਰ ਮੇਰੇ ਸਹੁਰੇ ਦੀ ਮੌਤ ਤੋਂ 2 ਕੁ ਮਹੀਨੇ ਬਾਅਦ ਮੇਰੇ ਘਰ ਮੁੰਡਾ ਹੋਇਆ ਤੇ ਜਦੋਂ ਮੁੰਡਾ ਹੋਇਆ ਸਾਰਿਆਂ ਨੇ ਬਹੁਤ ਖੁਸ਼ੀ ਕੀਤੀ ਕਿਉਂਕਿ ਪਹਿਲਾਂ 3 ਕੁੜੀਆਂ ਸੀ। ਫਿਰ ਮੇਰੇ ਮੁੰਡਾ ਹੋਇਆ ਤਾਂ ਸਾਰਿਆਂ ਨੂੰ ਬਹੁਤ ਚਾਅ ਚੜ੍ਹਿਆ, ਬਹੁਤ ਖੁਸ਼ੀ ਕੀਤੀ ਅਤੇ ਉਸ ਦਾ ਨਾਮ ਗੁਰਬੀਰ ਰੱਖਿਆ। ਪਰ 2 ਮਹੀਨੇ ਬਾਅਦ ਮੇਰੀਆਂ ਖੁਸ਼ੀਆਂ ਨੂੰ ਜਿਵੇਂ ਗ੍ਰਹਿਣ ਲੱਗ ਗਿਆ। ਮੇਰੇ ਘਰ ਵਾਲੇ ਦੀਆਂ ਲੱਤਾਂ ਫਿਰ ਖੜ ਗਈਆਂ। ਉਹਨਾਂ ਬਹੁਤ ਇਲਾਜ ਕਰਾਇਆ ਪਰ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ। ਹੌਲੀ ਹੌਲੀ ਉਹ ਮੰਜੇ 'ਤੇ ਪੈ ਗਿਆ। ਫਿਰ ਵਿਆਹ ਤੋਂ 2 ਸਾਲ ਬਾਅਦ ਉਸ ਦੀ ਵੀ ਮੌਤ ਹੋ ਗਈ। ਉਸ ਵਕਤ ਮੇਰੀ ਉਮਰ ਸਿਰਫ 20 ਸਾਲ ਦੀ ਸੀ। ਉਸ ਦਿਨ ਮੇਰਾ ਪਿਓ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੇ ਘਰ ਆਇਆ ਸੀ ਤੇ ਫਿਰ ਭੋਗ ਤੋਂ ਬਾਅਦ ਮੇਰੇ ਪਿਓ ਨੇ ਮੇਰੀ ਭੂਆ ਨੂੰ ਕਿਹਾ ਕਿ ਮੈਂ ਆਪਣੀ ਧੀ ਨੂੰ ਜਾਂ ਤਾਂ ਨਾਲ ਲੈ ਕੇ ਜਾਵਾਂਗਾ ਜਾਂ ਫਿਰ ਉਸ ਨੂੰ ਛੋਟੇ ਮੁੰਡੇ ਦੇ ਘਰ ਬਿਠਾਇਆ ਜਾਵੇ ਕਿਉਂਕਿ ਮੇਰੀ ਧੀ ਦੀ ਕੋਈ ਉਮਰ ਨਹੀਂ, ਉਹ ਸਾਰੀ ਉਮਰ ਇਸ ਤਰ੍ਹਾਂ ਨਹੀਂ ਕੱਢ ਸਕਦੀ। ਮੇਰੇ ਭੂਆ ਨੇ ਕਿਹਾ ਕੋਈ ਗੱਲ ਨਹੀਂ, ਮੈਂ ਗੱਲ ਕਰਾਂਗੀ। ਫਿਰ ਮੇਰੀ ਭੂਆ ਨੇ ਭੋਗ ਤੋਂ ਕੁਝ ਦਿਨਾਂ ਬਾਅਦ ਸਾਡੇ ਘਰ ਆਈ ਤੇ ਉਸਨੇ ਮੇਰੀ ਸੱਸ ਤੇ ਨਨਾਣਾ ਨੂੰ ਸ਼ਰ੍ਹਾ ਅਨੁਸਾਰ ਮੈਨੂੰ ਛੋਟੇ ਮੁੰਡੇ ਦੇ ਘਰ ਬਿਠਾਉਣ ਲਈ ਕਿਹਾ। ਉਹਨਾਂ ਨੇ ਮੇਰੀ ਭੂਆ ਨੂੰ ਲਾਰਾ ਲਾਤਾ ਕਿ ਕੋਈ ਨਾ ਅਸੀਂ ਸਾਰੇ ਬੈਠ ਕੇ ਸਲਾਹ ਕਰਾਂਗੇ, ਪਰ ਉਹਨਾਂ ਦੇ ਮਨ ਵਿੱਚ ਦਾਜ ਦਾ ਲਾਲਚ ਸੀ ਤੇ ਉਹਨਾਂ ਨੇ ਮੇਰੇ ਤੋਂ ਚੋਰੀ ਮੇਰੇ ਦਿਓਰ ਵਾਸਤੇ ਕੁੜੀ ਵੇਖ ਲਈ ਤੇ ਜਦੋਂ ਮੈਨੂੰ ਇਹ ਸਭ ਦਾ ਪਤਾ ਲੱਗਾ ਤਾਂ ਮੈਂ ਆਪਣੀ ਭੂਆ ਨੂੰ ਚੋਰੀ ਫੋਨ ਕਰਕੇ ਦੱਸਿਆ ਤਾਂ ਮੇਰੀ ਭੂਆ ਜਦ ਘਰ ਆਈ ਤਾਂ ਉਹਨਾਂ ਨੇ ਮੇਰੀ ਭੂਆ ਨੂੰ ਬਹਾਨਾ ਲਾ ਦਿੱਤਾ ਕਿ ਮੁੰਡਾ ਨਹੀਂ ਮੰਨਦਾ, ਇਸ ਕਰਕੇ ਅਸੀਂ ਇਸ ਨੂੰ ਉਸਦੇ ਘਰ ਨਹੀਂ ਬਿਠਾ ਸਕਦੇ। ਮੇਰੀ ਭੂਆ ਨਾਰਾਜ਼ ਹੋ ਕੇ ਚਲੀ ਗਈ ਤੇ ਉਹਨਾਂ ਨੇ ਮੇਰੇ ਦਿਓਰ ਦਾ ਵਿਆਹ ਕਰ ਦਿੱਤਾ। ਹੌਲੀ ਹੌਲੀ ਉਹਨਾਂ ਮੇਰੀਆਂ ਭਣੇਵੀਆਂ ਜਾਨੀ ਮੇਰੀ ਭੈਣ ਦੀਆਂ ਕੁੜੀਆਂ ਨੂੰ ਵੀ ਆਪਣੇ ਨਾਲ ਰਲਾ ਲਿਆ। ਮੈਨੂੰ ਕੁੜੀਆਂ ਨੂੰ ਬੁਲਾਉਣ ਨਾ ਦਿੰਦੇ। ਬਸ ਫਿਰ ਏਦਾਂ ਹੀ ਮੈਂ ਕਦੀ ਆਪਣੇ ਪੇਕੇ ਤੇ ਕਦੇ ਸਹੁਰੇ ਦਿਨ ਕੱਢਦੀ ਰਹੀ। ਜਦੋਂ ਵੀ ਮੈਂ ਚੰਗਾ ਸੂਟ ਜਾਂ ਚੰਗੀ ਜੁੱਤੀ ਪਾ ਲੈਣੀ ਤਾਂ ਉਹਨਾਂ ਮੈਨੂੰ ਬਦ ਚੱਲਣ ਦੱਸਣਾ। ਮੈਂ ਆਪਣੇ ਦਿਓਰ ਤੋਂ ਕੋਈ ਚੀਜ਼ ਮੰਗਾਉਣੀ ਤਾਂ ਉਹਨਾਂ ਮੈਨੂੰ ਮੇਰੀਆਂ ਦਰਾਣੀਆਂ ਨੇ ਮੇਰੇ ਦਿਓਰ ਨਾਲ ਹੀ ਗਲਤ ਸਮਝ ਲੈਣਾ ਤੇ ਮੈਂ ਇਕੱਲੀ ਨੇ ਡਰਦੀ ਅੰਦਰ ਹੀ ਬੈਠੀ ਰਹਿਣਾ ਕਿ ਜੇ ਬਾਹਰ ਬੈਠ ਗਈ ਤਾਂ ਪਤਾ ਨਹੀਂ ਮੈਨੂੰ ਕੀ ਕਹਿਣਗੇ। ਬਸ ਏਦਾਂ ਹੀ ਟਾਈਮ ਲੰਘਦਾ ਗਿਆ ਤੇ ਮੇਰਾ ਮੁੰਡਾ ਗੁਰਬੀਰ 12 ਸਾਲ ਦਾ ਹੋ ਗਿਆ। ਪਰ ਫਿਰ ਵੀ ਮੇਰਾ ਕਿਸੇ ਨੇ ਖਹਿੜਾ ਨਹੀਂ ਛੱਡਿਆ। ਜਦੋਂ ਮੈਨੂੰ ਸਾਰਿਆਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਤਾਂ ਮੈਂ ਸਾਂਝੇ ਰਿਸ਼ਤੇਦਾਰ ਇਕੱਠੇ ਕੀਤੇ। ਰਿਸ਼ਤੇਦਾਰ ਆਏ ਤੇ ਮੈਨੂੰ ਅੱਡ ਕਰਾ ਕੇ ਗਏ। ਮੈਨੂੰ ਘਰ ਵਿੱਚ 1 ਕਮਰਾ ਦੇ ਦਿੱਤਾ ਤੇ ਬਾਹਰੋਂ 2 ਕਿੱਲੇ ਜ਼ਮੀਨ ਦੇ ਦਿੱਤੇ। ਫਿਰ ਮੇਰਾ ਭਰਾ ਮੈਨੂੰ 1 ਮੱਝ ਦੇ ਗਿਆ। ਕੁਝ ਟਾਈਮ ਤਾਂ ਮੱਝ ਵਾਸਤੇ ਮੇਰਾ ਦਿਓਰ ਪੱਠੇ ਵੱਢ ਕੇ ਲਿਆ ਕੇ ਕੁਤਰ ਦਿੰਦਾ ਸੀ ਕਿਉਂਕਿ ਮੈਨੂੰ ਪੱਠੇ ਨਾ ਤਾਂ ਵੱਢਣੇ ਆਉਂਦੇ ਸੀ ਤੇ ਨਾ ਹੀ ਕੁਤਰਨੇ ਆਉਂਦੇ ਸੀ ਤੇ ਗੁਰਬੀਰ ਅਜੇ ਛੋਟਾ ਹੀ ਸੀ। ਪਰ ਮੇਰੀ ਦਰਾਣੀ ਨੇ ਉਸ ਨੂੰ ਇਹ ਸਭ ਕਰਨ ਤੋਂ ਵੀ ਰੋਕ ਲਿਆ। ਫਿਰ ਮੈਂ ਆਪ ਪੱਠੇ ਵੱਢ ਕੇ ਲਿਆਉਣੇ ਤੇ ਕੁਤਰਨੇ। ਹੌਲੀ ਹੌਲੀ ਗੁਰਬੀਰ ਪੱਠੇ ਵੱਢਣ ਲੱਗ ਗਿਆ ਤੇ ਕੁਤਰਨ ਲੱਗ ਗਿਆ। ਇੱਕ ਦਿਨ ਗੁਰਬੀਰ ਪੱਠੇ ਕੁਤਰ ਰਿਹਾ ਸੀ ਤੇ ਉਸ ਦਾ ਹੱਥ ਟੋਕੇ ਵਿੱਚ ਆ ਗਿਆ। ਮੈਂ ਕੋਲ ਖੜੀ ਸੀ ਤੇ ਮੈਂ ਭੱਜ ਕੇ ਟੋਕਾ ਬੰਦ ਕੀਤਾ, ਪਰ ਉਦੋਂ ਤੱਕ ਉਸ ਦਾ ਅੱਧਾ ਹੱਥ ਕੱਟ ਗਿਆ ਸੀ ਤੇ ਮੈਂ ਦੇਖਿਆ ਤਾਂ ਮੈਨੂੰ ਕੁਝ ਵੀ ਸਮਝ ਹੀ ਨਾ ਆਇਆ ਕਿ ਇਹ ਕੀ ਹੋ ਗਿਆ ਹੈ। ਮੇਰਾ ਤਾਂ ਜਿਵੇਂ ਸਰੀਰ ਸੋਨੀ ਹੋ ਗਿਆ ਹੋਵੇ। ਮੈਨੂੰ ਐਂ ਲੱਗਿਆ ਜਿਵੇਂ ਮੇਰੇ 'ਤੇ ਦੁੱਖਾਂ ਦਾ ਪਹਾੜ ਹੀ ਡਿੱਗ ਗਿਆ ਹੋਵੇ। ਮੈਂ ਬਹੁਤ ਦੁਖੀ ਹੋਈ, ਰੋਈ ਤੇ ਰੱਬ ਨੂੰ ਬਹੁਤ ਤਾਨੇ ਦਿੱਤੇ, ਪਰ ਰੱਬ ਦੀ ਮਰਜ਼ੀ ਅੱਗੇ ਮੇਰਾ ਕੋਈ ਜ਼ੋਰ ਨਹੀਂ ਸੀ। ਤੇ ਫਿਰ ਇਸ ਗੱਲ ਦਾ ਮੇਰੇ ਪਿਓ ਨੂੰ ਪਤਾ ਲੱਗਾ ਤਾਂ ਉਸ ਦਿਨ ਹੀ ਮੇਰੇ ਕੋਲ ਆ ਗਿਆ
ਉਸ ਦਿਨ ਮੇਰਾ ਪਿਓ ਦੂਜੀ ਵਾਰ ਮੇਰੇ ਘਰ ਆਇਆ ਤੇ ਜਦੋਂ ਮੇਰਾ ਪਿਓ ਘਰ ਆਇਆ ਤਾਂ ਮੈਂ ਉਸ ਦੇ ਗਲ ਲੱਗ ਕੇ ਬਹੁਤ ਰੋਈ। ਮੇਰੇ ਪਿਓ ਦੀਆਂ ਮੈਨੂੰ ਦੇਖ ਕੇ ਧਾਹਾਂ ਨਿਕਲ ਗਈਆਂ। ਮੇਰੇ ਪਿਓ ਨੇ ਸਾਨੂੰ ਆਪਣੇ ਨਾਲ ਜਾਣ ਲਈ ਕਿਹਾ, ਪਰ ਮੈਂ ਜਾਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਮੈਂ ਆਪਣੇ ਗੁਰਬੀਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਤੇ ਜੇ ਮੈਂ ਨਾਲ ਲੈ ਕੇ ਜਾਂਦੀ ਸੀ ਤਾਂ ਮੈਨੂੰ ਆਪਣੇ ਮੁੰਡੇ ਦਾ ਭਵਿੱਖ ਨਜ਼ਰ ਆਉਂਦਾ ਸੀ। ਜੇ ਮੈਂ ਪੇਕੇ ਚਲੀ ਜਾਂਦੀ ਤਾਂ ਉਹ ਸਾਰੀ ਜ਼ਮੀਨ ਆਪਣੇ ਨਾਂ ਕਰ ਲੈਂਦੇ। ਇਸ ਲਈ ਮੈਂ ਨਹੀਂ ਗਈ ਤੇ ਮੇਰਾ ਪਿਓ ਰੋਂਦਾ ਰੋਂਦਾ ਹੀ ਮੇਰੇ ਘਰੋਂ ਚਲਾ ਗਿਆ। ਫਿਰ ਉਹਨਾਂ ਨੇ ਕੁੜੀਆਂ ਦੇ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਫਿਰ ਮੈਂ ਹੌਲੀ ਹੌਲੀ ਚੰਗੇ ਘਰ ਵੇਖ ਕੇ ਆਪਣੀਆਂ ਕੁੜੀਆਂ ਵਿਆਹੀਆਂ ਤੇ ਆਪਣਾ ਵਧੀਆ ਘਰ ਬਣਾਇਆ ਤੇ ਮੁੰਡੇ ਨੂੰ ਵਧੀਆ ਪੜ੍ਹਾ ਕੇ ਸਰਕਾਰੀ ਨੌਕਰੀ 'ਤੇ ਲਾਇਆ। ਅੱਜ ਕੁੜੀਆਂ ਵੀ ਮੇਰੇ ਕੋਲ ਆਉਂਦੀਆਂ ਨੇ ਤੇ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀਆਂ ਨੇ ਤੇ ਗੁਰਵੀਰ ਦੀ ਤਾਂ ਜਿਵੇਂ ਮੇਰੇ ਵਿੱਚ ਜਾਨ ਹੀ ਵਸਦੀ ਆ। ਉਹ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਕਰਦਾ ਕਿਉਂਕਿ ਉਹ ਹਮੇਸ਼ਾ ਇਹ ਕਹਿੰਦਾ ਕਿ ਮੇਰੀ ਮਾਂ ਨੇ ਆਪਣੀ ਜਵਾਨੀ ਮੇਰੇ ਲਈ ਕੁਰਬਾਨ ਕਰ ਦਿੱਤੀ ਸੀ। ਜੇ ਉਹ ਚਾਹੁੰਦੀ ਤਾਂ ਉਹ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ ਤੇ ਆਪਣਾ ਵਿਆਹ ਕਰਾ ਸਕਦੀ ਸੀ, ਪਰ ਉਸਨੇ ਇਹ ਸਭ ਨਹੀਂ ਕੀਤਾ। ਉਹ ਹਮੇਸ਼ਾ ਸਵੇਰੇ ਉੱਠ ਕੇ ਮੇਰੀ ਪੈਰੀ ਹੱਥ ਲਾਉਂਦਾ ਤੇ ਮੈਂ ਰਾਤ ਨੂੰ ਮੈਨੂੰ ਇੱਕ ਵਾਰ ਜ਼ਰੂਰ ਘੁੱਟ ਕੇ ਜੱਫੀ ਪਾ ਕੇ ਸੌਂਦਾ ਹੈ ਤੇ ਮੇਰੀ ਸਾਰੇ ਦਿਨ ਦੀ ਜਿਵੇਂ ਟੈਨਸ਼ਨ ਹੀ ਦੂਰ ਹੋ ਜਾਂਦੀ ਹੈ। ਪਰ ਮੇਰੇ ਪਿਓ ਨੇ ਮੇਰੀ ਭੂਆ ਨੂੰ ਅੱਜ ਤੱਕ ਨਹੀਂ ਬੁਲਾਇਆ ਕਿਉਂਕਿ ਮੇਰੀ ਮਾੜੀ ਕਿਸਮਤ ਦਾ ਕਸੂਰਵਾਰ ਮੇਰੀ ਭੂਆ ਨੂੰ ਹੀ ਸਮਝਦਾ ਹੈ ਤੇ ਸਮਝੇ ਵੀ ਕਿਵੇਂ ਨਾ। ਉਸ ਦੀ ਲਾਡਾਂ ਨਾਲ ਪਾਲੀ ਹੋਈ ਧੀ ਦੀ ਜ਼ਿੰਦਗੀ ਇੱਕ ਨਾਰਾਜ਼ਗੀ ਨੇ ਹੀ ਖਤਮ ਕਰਕੇ ਰੱਖ ਦਿੱਤੀ ਸੀ। ਤੇ ਦੋਸਤੋ, ਕਦੇ ਵੀ ਕਿਸੇ ਮਗਰ ਲੱਗ ਕੇ ਆਪਣੀ ਧੀ ਦਾ ਰਿਸ਼ਤਾ ਨਾ ਕਰੋ ਕਿਉਂਕਿ ਚੰਦ ਦਿਨਾਂ ਦੀ ਨਾਰਾਜ਼ਗੀ ਤੁਹਾਡੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇਵੇਗੀ।